हेलो स्टूडेंट्स, हाउ आर यू? वेलकम टू योर इन्वायरमेंट ਲੈਕਚਰ। ਬੇਟਾ ਆਪਾਂ ਸਟਾਰਟ ਕੀਤਾ ਸੀ ਬਾਇਓਡਾਇਵਰਸਿਟੀ 'ਚ ਅਸੀਂ ਕਾफ़ੀ ਚੀਜ਼ਾਂ ਪੜ੍ਹ ਲਈਆਂ ਸੀਗੀਆਂ। ਅੱਜ ਬਾਇਓਡਾਇਵਰਸਿਟੀ 'ਚ ਹੀ ਅਸੀਂ ਪੜ੍ਹਾਂਗੇ ਬਾਇਓਲੋਜੀਕਲ ਹੌਟਸਪੌਟਸ ਦਾ ਮਤਲਬ ਹੁੰਦਾ ਆ ਬੇਟੇ ਕਿ ਜਿਹੜੇ ਏਰੀਆ ਦੇ ਵਿੱਚ ਹਾਈ ਬਾਇਓਡਾਇਵਰਸਿਟੀ ਹੁੰਦੀ ਆ ਜਾਂ ਫਿਰ ਸਪੀਸ਼ੀਜ਼ ਰਿਚਨੈਸ ਹੁੰਦੀ ਆ, ਮਤਲਬ ਸਾਰੇ ਤਰ੍ਹਾਂ ਦੇ ਸਪੀਸ਼ੀਜ਼ ਜਾਂ ਬਹੁਤ ਜ਼ਿਆਦਾ ਤਰ੍ਹਾਂ ਦੇ ਸਪੀਸ਼ੀਜ਼ ਹੁੰਦੇ ਆ। ਐਂਡੇਮਿਕ ਮਤਲਬ ਉਸ ਏਰੀਆ ਦੇ ਸਪੀਸ਼ੀਜ਼ ਤਾਂ ਹੁੰਦੇ ਹੀ ਹੁੰਦੇ ਆ, ਉਹਨੂੰ ਅਸੀਂ ਕਹਿੰਦੇ ਆ ਬਾਇਓਲੋਜੀਕਲ ਹੌਟਸਪੌਟਸ। ਪੂਰੀ ਦੁਨੀਆ ਦੇ ਵਿੱਚ 34 ਹੌਟਸਪੌਟਸ ਆ ਅਤੇ ਇੰਡੀਆ ਦੇ ਵਿੱਚ 2 ਹੌਟਸਪੌਟਸ ਮੇਜਰ ਦੇਖੇ ਗਏ ਆ। ਇਹ ਇੰਪੋਰਟੈਂਟ ਆ, ਤੁਸੀਂ ਯਾਦ ਰੱਖਣਾ ਆ। ਵੈਸਟਰਨ ਘਾਟਸ ਅਤੇ ਈਸਟਰਨ ਹਿਮਾਲਿਆਸ। ਵੈਸੇ ਇੰਡੀਆ ਦੇ ਵਿੱਚ 3 ਕਹਿ ਦਿੰਦੇ ਆ, ਇੱਕ ਜਿਵੇਂ ਸ਼੍ਰੀਲੰਕਾ ਹੋ ਗਿਆ, ਇੰਡੋ ਬਰਮਾ ਹੋ ਗਿਆ, ਕਿਉਂਕਿ ਉਹ ਇੰਡੀਆ ਦੇ ਨਾਲ ਹੀ ਜੁੜੇ ਹੈਗੇ ਆ। ਪਰ ਮੇਜਰ ਜੇ ਕੁਐਸਚਨ ਆਵੇ ਤਾਂ 2 ਤੁਸੀਂ ਲਿਖਣੇ ਹਨ। ਫਿਰ ਬੇਟਾ ਇਹਦੇ ਵਿੱਚ ਹੌਟਸਪੌਟਸ ਦੀ ਅਸੀਂ ਗੱਲ ਕੀਤੀ ਆ। ਹੁਣ ਅਸੀਂ ਨੈਕਸਟ ਇਹਦੇ ਵਿੱਚ ਪੜ੍ਹਾਂਗੇ ਸਪੀਸ਼ੀਜ਼, ਕਿੰਨੇ ਤਰ੍ਹਾਂ ਦੇ ਬਾਇਓਲੋਜੀਕਲ ਸਪੀਸ਼ੀਜ਼ ਹੁੰਦੇ ਆ। ਫੋਰ ਐਗਜ਼ਾਮਪਲ, ਅਗਰ ਅਸੀਂ ਗੱਲ ਕਰੀਏ ਥ੍ਰੈਟਨਡ ਸਪੀਸ਼ੀਜ਼ ਦੀ, ਤਾਂ ਥ੍ਰੈਟਨਡ ਸਪੀਸ਼ੀਜ਼ ਮਤਲਬ ਜਿਨ੍ਹਾਂ ਨੂੰ ਖਤਰਾ ਆ। ਸਪੀਸ਼ੀਜ਼ ਜਿਨ੍ਹਾਂ ਦੀ ਪਾਪੂਲੇਸ਼ਨ ਜਾਂ ਨੰਬਰ ਡਿਕਰੀਜ਼ ਹੋਈ ਜਾਂਦੇ ਆ ਅਤੇ ਫਿਊਚਰ ਦੇ ਵਿੱਚ ਹੋਰ ਜ਼ਿਆਦਾ ਡਿਕਰੀਜ਼ ਹੋ ਜਾਣੇ ਆ, ਉਹਨੂੰ ਅਸੀਂ ਕਹਿੰਦੇ ਆ ਥ੍ਰੈਟਨਡ ਸਪੀਸ਼ੀਜ਼। ਫਿਰ ਬੇਟਾ ਕੁਛ ਟਰਮਸ ਆ ਜਿਹੜੀਆਂ ਤੁਹਾਨੂੰ ਇਹ 'ਚ ਪੁੱਛ ਲੈਂਦੇ ਆ। IUCN, ਮੈਂ ਉਸ ਦਿਨ ਵੀ ਯੂਜ਼ ਕੀਤਾ ਸੀ ਇਹ ਟਰਮ। ਇਹਦਾ ਮਤਲਬ ਹੈਗਾ ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਆਫ ਨੇਚਰ ਐਂਡ ਨੈਚੁਰਲ ਰਿਸੋਰਸਿਸ, ਵਾਤਾਵਰਨ ਦੀ ਸਾਂਭ ਸੰਭਾਲ ਲਈ। ਇਹ ਸਾਰੇ ਇੰਪੋਰਟੈਂਟ ਆ, ਤੁਹਾਨੂੰ ਪੁੱਛ ਸਕਦੇ ਆ। ਰੈੱਡ ਡਾਟਾ ਬੁੱਕ ਕੀ ਹੁੰਦੀ ਆ? ਇਹੋ ਜਿਹੀ ਬੁੱਕ ਜਿਹੜਾ IUCN ਮੇਨਟੇਨ ਕਰਦਾ ਆ, ਜਿਹਦੇ ਵਿੱਚ ਥ੍ਰੈਟਨਡ ਸਪੀਸ਼ੀਜ਼ ਦੇ ਲਿਸਟਾਂ ਬਣੀਆਂ ਹੁੰਦੀਆਂ ਆ, ਉਹਨੂੰ ਕਹਿੰਦੇ ਆ ਰੈੱਡ ਡਾਟਾ ਬੁੱਕ। ਫਿਰ MAB ਮੈਨ ਐਂਡ ਬਾਇਓਡਾਇਵਰਸਿਟੀ ਪ੍ਰੋਗਰਾਮ, WWF ਵਰਲਡ ਵਾਈਲਡ ਲਾਈਫ ਫੰਡ ਫॉर ਨੇਚਰ, IBWL ਇੰਡੀਅਨ ਬੋਰਡ ਫॉर ਵਾਈਲਡ ਲਾਈਫ, IBP ਇੰਟਰਨੈਸ਼ਨਲ ਬਾਇਓਲੋਜੀਕਲ ਪ੍ਰੋਗਰਾਮ, UNDP ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ। ਇਸ ਚੈਪਟਰ 'ਚ ਜਿੰਨੀਆਂ ਕੁ ਵੀ ਯੂਜ਼ ਹੋਣੀਆਂ ਸੀਗੀਆਂ ਉਹ ਮੈਂ ਤੁਹਾਨੂੰ ਤਕਰੀਬਨ ਦੱਸਤੀਆਂ ਆ। ਬਾਕੀ ਤੁਸੀਂ ਨੈੱਟ 'ਚੋਂ ਜਾਂ ਜੇ ਕੋਈ ਤੁਹਾਨੂੰ ਬੁੱਕ ਹੈਗੀ ਆ ਤੁਸੀਂ ਉਹ 'ਚ ਦੇਖ ਲਿਓ ਬੇਟਾ। ਫਿਰ ਹੈਗੀ ਆ ਮੇਜਰ ਕੈਟਾਗਰੀਜ਼ ਆਫ ਥ੍ਰੈਟਨਡ ਸਪੀਸ਼ੀਜ਼, ਕਿ ਕਿੰਨੀਆਂ ਕੁ ਸਪੀਸ਼ੀਜ਼ ਜਿਹੜੀਆਂ ਆ, ਕਿਹੜੀਆਂ ਸਪੀਸ਼ੀਜ਼ ਨੂੰ ਥ੍ਰੈਟਨਡ ਆ ਅਤੇ ਅਸੀਂ ਉਹਨਾਂ ਨੂੰ ਕੀ ਕਹਿੰਦੇ ਆ। ਫਸਟ ਇਹਦੇ ਵਿੱਚ ਹੈਗਾ ਆ ਐਕਸਟਿੰਕਟ ਸਪੀਸ਼ੀਜ਼ ਮਤਲਬ ਜਿਹੜੀਆਂ ਸਪੀਸ਼ੀਜ਼ ਜਾਤੀਆਂ ਕੰਪਲੀਟਲੀ ਡਿਸਅਪੀਅਰਡ, ਮਤਲਬ ਅਲੋਪ ਹੋ ਗਈਆਂ, ਧਰਤੀ ਤੋਂ ਖਤਮ ਹੋ ਗਈਆਂ, ਉਹਨਾਂ ਨੂੰ ਆਪਾਂ ਕਹਿੰਦੇ ਮਰ ਗਈਆਂ, ਐਕਸਟਿੰਕਟ। ਐਂਡੇਂਜਰਡ ਸਪੀਸ਼ੀਜ਼ ਜਿਨ੍ਹਾਂ ਦੀ ਪਾਪੂਲੇਸ਼ਨ ਰਿਡਿਊਸ ਹੋ ਗਈ ਆ ਅਤੇ ਖਤਮ ਹੋਣ ਦੀ, ਮਰਨ ਦੇ ਪੂਰੀ ਕਗਾਰ 'ਤੇ ਆ, ਮਤਲਬ ਪੂਰੀਆਂ ਹਾਲੇ ਮਰੀਆਂ ਨਹੀਂ ਸਪੀਸ਼ੀਜ਼ ਦੀ ਪਾਪੂਲੇਸ਼ਨ, ਲੇਕਿਨ ਮਰਨ ਦੀ ਕਗਾਰ 'ਤੇ ਆ। ਫੋਰ ਐਗਜ਼ਾਮਪਲ ਏਸ਼ੀਆਟਿਕ ਲਾਇਨ, ਵਨ ਹੌਰਨਡ ਰਾਈਨੋਸੇਰੋਸ, ਲਾਇਨ ਟੇਲਡ ਮੈਕਾਕ, ਨੀਲਗਿਰੀ। ਇਹ ਮੈਂ ਤੁਹਾਨੂੰ ਡਾਇਗਰਾਮਸ ਵੀ ਉਦੋਂ ਦਿਖਾਏ ਸੀਗੇ। ਨੈਕਸਟ ਜਿਹੜੀ ਸਪੀਸ਼ੀਜ਼ ਹੈਗੀ ਆ ਉਹ ਹੈਗੀ ਆ ਵਲਨਰੇਬਲ ਸਪੀਸ਼ੀਜ਼। ਜਿਹੜੀਆਂ ਸਪੀਸ਼ੀਜ਼ ਐਂਟਰ ਕਰ ਗਈਆਂ ਐਂਡੇਂਜਰਡ ਕੈਟਾਗਰੀ 'ਚ, ਉਹਨਾਂ ਨੂੰ ਕਹਿੰਦੇ ਆ ਵਲਨੇਬਲ। ਮਤਲਬ ਜਿਹੜੀਆਂ ਹੁਣ ਜਿਨ੍ਹਾਂ ਦੀ ਗਿਣਤੀ ਹੋਣ ਲੱਗ ਪਈ ਆ ਕਿ ਇਹ ਵੀ ਖਤਮ ਹੋ ਜਾਣੀਆਂ ਕਿਸੇ ਦਿਨ ਨੂੰ, ਉਹ ਹੁੰਦੇ ਆ ਵਲਨਰੇਬਲ ਸਪੀਸ਼ੀਜ਼। ਵਾਈਲਡ ਗੋਟ ਹੋ ਗਈ, ਯਾਕ ਹੋ ਗਿਆ, ਬਾਰਾਸਿੰਗਾ ਹੋ ਗਿਆ। ਇਹ ਤੁਹਾਨੂੰ ਐਗਜ਼ਾਮਪਲਸ ਇੰਪੋਰਟੈਂਟ ਆ, ਆਉਣੇ ਹੀ ਚਾਹੀਦੇ ਆ। ਫਿਰ ਗੱਲ ਕਰੀਏ ਰੇਅਰ ਸਪੀਸ਼ੀਜ਼ ਦੀ, ਤਾਂ ਜਿਹੜੇ ਸਪੀਸ਼ੀਜ਼ ਦੀ ਬਹੁਤ ਹੀ ਘੱਟ ਜਨਸੰਖਿਆ ਆ, ਬਹੁਤ ਹੀ ਘੱਟ ਪਾਪੂਲੇਸ਼ਨ ਆ, ਨਾ ਤਾਂ ਉਹ ਐਂਡੇਂਜਰਡ ਆ ਨਾ ਵਲਨਰੇਬਲ ਆ, ਵੈਸੇ ਹੀ ਘੱਟ ਆ ਉਹਨਾਂ ਦੀ ਪਾਪੂਲੇਸ਼ਨ। ਕਿਸੇ ਜ਼ਮਾਨੇ 'ਚ ਉਹਨਾਂ ਦੀ ਪੂਰੀ ਜਨਸੰਖਿਆ ਪਾਪੂਲੇਸ਼ਨ ਅਲੋਪ ਹੋ ਗਈ ਸੀਗੀ,
ਕੋਈ ਜਾਤੀ ਕੋਈ ਸਪੀਸ਼ੀਜ਼ ਪ੍ਰੈਜ਼ੈਂਟ ਹੈ, ਉਹਨੂੰ ਆਪਾਂ ਕਹਿ ਦਿੰਦੇ ਆ ਰੇਅਰ ਸਪੀਸ਼ੀਜ਼। ਫਿਰ ਬੇਟਾ ਹੁਣ ਇਹ ਜਿੰਨੀ ਵੀ ਬਾਇਓਡਾਇਵਰਸਿਟੀ ਹੈਗੀ ਆ, ਇਹਨੂੰ ਬਚਾਉਣਾ, ਕੰਜ਼ਰਵ ਕਰਨਾ ਸਾਡਾ ਧਰਮ ਆ, ਮੋਰਲ ਵੈਲਿਊਜ਼ ਸਾਡਾ ਫਰਜ਼ ਬਣਦਾ ਆ। ਤਾਂ ਇਹਦੇ ਵਿੱਚ ਦੋ ਤਰ੍ਹਾਂ ਦੇ ਅਸੀਂ ਦੋ ਤਰੀਕੇ ਨਾਲ ਕੰਜ਼ਰਵ ਕਰ ਸਕਦੇ ਹਾਂ, ਬਚਾ ਸਕਦੇ ਹਾਂ ਬਾਇਓਡਾਇਵਰਸਿਟੀ ਨੂੰ, ਇਨ ਸਿਟੂ ਅਤੇ ਐਕਸ ਸਿਟੂ। ਇਨ ਸਿਟੂ ਜਦੋਂ ਅਸੀਂ ਕਿਸੇ ਵੀ ਸਪੀਸ਼ੀਜ਼ ਨੂੰ, ਪਾਪੂਲੇਸ਼ਨ ਨੂੰ, ਵਾਈਲਡ ਲਾਈਫ ਨੂੰ ਉਹਦੇ ਨੈਚੁਰਲ ਹੈਬੀਟੈਟ ਮਤਲਬ ਜਿੱਥੇ ਉਹ ਰਹਿੰਦਾ ਆ, ਅਸਲੀ ਘਰ ਉਹਦਾ, ਉੱਥੇ ਹੀ ਪ੍ਰੀਜ਼ਰਵ ਕਰੀਏ, ਕੰਜ਼ਰਵ ਕਰੀਏ, ਉਹਨੂੰ ਕਹਿੰਦੇ ਆ ਇਨ ਸਿਟੂ। ਇਨ ਮਾਨੇ ਅੰਦਰ, ਜਿਵੇਂ ਨੈਸ਼ਨਲ ਪਾਰਕ ਹੋ ਗਈ, ਸੈਂਚੁਰੀਜ਼ ਹੋ ਗਈ, ਬਾਇਓਸਫੀਅਰ ਰਿਜ਼ਰਵਸ ਹੋ ਗਏ। ਸੈਕਿੰਡ ਟਾਈਪ ਇਜ਼ ਐਕਸ ਸਿਟੂ। ਇਹ ਵੀ ਇੰਪੋਰਟੈਂਟ ਆ, ਤੁਹਾਨੂੰ 1 ਨੰਬਰ 2 ਨੰਬਰ 3 ਨੰਬਰ 'ਚ ਪੁੱਛ ਸਕਦੇ ਆ। ਜਦੋਂ ਅਸੀਂ ਕਿਸੇ ਵੀ ਆਰਗੈਨਿਜ਼ਮ ਨੂੰ, ਐਨੀਮਲ ਨੂੰ, ਪਲਾਂਟਸ ਨੂੰ ਉਹਦੇ ਨੈਚੁਰਲ ਘਰ ਤੋਂ, ਜਿਹੜਾ ਉਹਦਾ ਅਸਲੀ ਘਰ ਆ, ਉਹ ਤੋਂ ਬਾਹਰ ਕੋਈ ਜਿੱਦਾਂ ਬੋਟੈਨੀਕਲ ਗਾਰਡਨ ਜਾਂ ਫਿਰ ਕੋਈ ਜ਼ੂਲੌਜੀਕਲ ਪਾਰਕ ਬਣਾ ਕੇ ਉੱਥੇ ਜਿਨ੍ਹਾਂ ਦੀ ਜਨਸੰਖਿਆ ਘੱਟ ਆ, ਉੱਥੇ ਲਿਆ ਕੇ ਕੰਜ਼ਰਵ ਕਰੀਏ, ਪ੍ਰੀਜ਼ਰਵ ਕਰੀਏ, ਉਹਨਾਂ ਨੂੰ ਆਪਾਂ ਕਹਿੰਦੇ ਐਕਸ ਸਿਟੂ। ਜ਼ੂ ਹੋ ਗਏ, ਗਾਰਡਨ ਹੋ ਗਏ, ਸੀਡ ਬੈਂਕ, ਜਿਹੜੇ ਬੀਜ ਸਾਨੂੰ ਮਿਲਦੇ ਨਹੀਂ, ਉਹਨਾਂ ਲਈ ਆਪਾਂ ਵੱਡੇ ਰੈਫਰੀਜਰੇਟਰ ਲਗਾ ਕੇ ਜਾਂ ਫਿਰ ਅਵਨ ਲਗਾ ਕੇ ਜਾਂ ਬੜੇ ਗੋਡਾਊਨ, ਕੋਲਡ ਸਟੋਰ ਲਗਾ ਕੇ ਬਣਾ ਕੇ ਨਾ, ਉੱਥੇ ਆਪਾਂ ਸੀਡ ਨੂੰ ਪ੍ਰੀਜ਼ਰਵ ਕਰਦੇ ਹਾਂ, ਕ੍ਰਾਇਓ ਪ੍ਰੀਜ਼ਰਵੇਸ਼ਨ ਵਗੈਰਾ, ਜੀਨਸ ਨੂੰ ਪ੍ਰੀਜ਼ਰਵ ਕਰਦੇ ਹਾਂ। ਇਹ ਸਾਰੇ ਤਰੀਕੇ ਆ। ਫਿਰ ਬੇਟਾ ਕੁਝ ਸਾਡੇ ਨਾ ਰਿਲੀਜੀਅਸ ਸੈਂਟੀਮੈਂਟਸ ਜਾਂ ਸਾਡੇ ਵਿਚਾਰ ਜੁੜੇ ਹੋਏ ਆ, ਜਿਨ੍ਹਾਂ ਕਰਕੇ ਜਿਹੜੇ ਰੋਲ ਪਲੇ ਕਰਦੇ ਆ ਕੰਜ਼ਰਵ ਕਰਨ ਲਈ ਬਾਇਓਡਾਇਵਰਸਿਟੀ ਦੇ। ਅਸੀਂ ਹੋ ਸਕਦਾ ਕਿ ਆਪਣੇ ਕਹਿ ਲਓ ਕਿ ਖੁਦ ਦੇ ਬੈਨੀਫਿਟ ਲਈ ਸਾਰੇ ਹੀ ਜਾਨਵਰ ਪੌਦੇ ਹੁਣ ਤੱਕ ਮਾਰ ਚੁੱਕੇ ਹੁੰਦੇ, ਪਰ ਕਈ ਵਾਰ ਸਾਡਾ ਰਿਲੀਜੀਅਸ ਜਿਹੜਾ ਮਾਈਂਡ ਆ, ਉਹ ਸਾਨੂੰ ਹੈਲਪ ਕਰਦਾ ਆ ਬਾਇਓਡਾਇਵਰਸਿਟੀ ਨੂੰ ਬਚਾਉਣ 'ਚ। ਹੁਣ ਜਿੱਦਾਂ ਸੇਕਰੇਡ ਮਤਲਬ ਹੁੰਦਾ ਜਿਨ੍ਹਾਂ ਨੂੰ ਆਪਾਂ ਵਰਸ਼ਿਪ ਕਰਦੇ ਹਾਂ, ਧਿਆਉਂਦੇ ਹਾਂ, ਜਿਨ੍ਹਾਂ ਨੂੰ ਪੂਜਦੇ ਹਾਂ। ਕਈ ਸੇਕਰੇਡ ਸਪੀਸ਼ੀਜ਼ ਆ, ਪੌਦੇ ਔਰ ਐਨੀਮਲਸ ਦੀ ਦੋਨਾਂ ਦੀ, ਤਾਂ ਵੀ ਅਸੀਂ ਉਹਨਾਂ ਨੂੰ ਬਚਾ ਲਈਦਾ, ਜਿੱਦਾਂ ਪਿੱਪਲ ਹੋ ਗਏ, ਬੋੜ ਹੋ ਗਿਆ, ਅਤੇ ਉੱਧਰੋਂ ਲੋਟਸ ਹੋ ਗਏ, ਹੈ ਨਾ, ਅਤੇ ਕਾਓ ਹੋ ਗਈ, ਸਨੇਕਸ ਆ ਗਏ, ਗੁੱਗਾ ਪੂਜਦੇ ਆ ਨਾ, ਮੰਕੀ ਹੋ ਗਏ, ਐਲੀਫੈਂਟ ਹੋ ਗਏ, ਉਹ ਲੈ ਕੇ ਆਉਂਦੇ ਆ ਨਾ ਜਿਹੜੇ ਹਾਥੀ, ਉਹ ਵੀ ਦਿਮਾਗ 'ਚ ਭਰ ਦਿੰਦੇ ਆ ਕਿ ਇਹਨਾਂ ਨੂੰ ਬਚਾਉਣਾ ਚਾਹੀਦਾ ਆ। ਫਿਰ ਹੈਗਾ ਆ ਸੇਕਰੇਡ ਗਰੋਵਸ। ਇਹ ਸੇਕਰੇਡ ਗਰੋਵਸ ਦਾ ਮਤਲਬ ਹੁੰਦਾ ਆ ਕਿ ਟਰੈਡੀਸ਼ਨਲੀ ਜਿਹੜੇ ਅਸੀਂ ਜੰਗਲਾਂ ਦੇ ਪੈਚਿਸ ਪ੍ਰੀਜ਼ਰਵ ਕਰੀਦੇ ਆ, ਅਤੇ ਲੋਕਲ ਮਤਲਬ ਏਰੀਆਜ਼ ਕਹਿ ਲਓ ਲੋਕਲ ਲੈਵਲ 'ਤੇ ਪੂਜਦੇ ਆ, ਉਹਨੂੰ ਸੇਕਰੇਡ ਗਰੋਵਸ ਕਹਿ ਦਿੰਦੇ ਆ। ਜਿੱਦਾਂ ਦੀਵਾਰਾ ਕਾਦੂ, ਨਾਗਰਬਨਾ, ਇਹ ਜੰਗਲ ਛੋਟੇ ਆ ਜਿਨ੍ਹਾਂ ਨੂੰ ਲੋਕ ਪੂਜਦੇ ਆ, ਅਤੇ ਇਹ ਵੀ ਸਾਨੂੰ ਹੈਲਪ ਕਰਦੇ ਆ ਕਿ ਅਸੀਂ ਬਚਾਈਏ ਆਪਣੀ ਬਾਇਓਡਾਇਵਰਸਿਟੀ ਨੂੰ, ਕੰਜ਼ਰਵ ਕਰੀਏ। ਫਿਰ ਹੈਗਾ ਆ ਸੇਕਰੇਡ ਲੈਂਡਸਕੇਪ। ਇਹ ਟਰੈਡੀਸ਼ਨਲੀ ਕੰਜ਼ਰਵਡ ਏਰੀਆ ਆ, ਜਿੱਥੇ ਉਹਦੇ ਨੈਚੁਰਲ ਜਿਹੜੇ ਫੈਕਟਰਸ ਆ, ਫੀਚਰਸ ਆ, ਉਹਨਾਂ ਨੂੰ ਵੀ ਅਸੀਂ ਕੰਜ਼ਰਵ ਕਰੀਦਾ ਆ। ਇਹਨਾਂ ਏਰੀਆਜ਼ ਹਿਊਮਨ ਐਕਟੀਵਿਟੀਜ਼ ਜਿੱਦਾਂ ਹੰਟਿੰਗ, ਸ਼ਿਕਾਰ ਵਗੈਰਾ, ਜੰਗਲ ਕੱਟਣਾ, ਹੈ ਨਾ, ਇਹ ਸਾਰਾ ਵਰਜਿਤ ਹੁੰਦਾ ਆ। ਔਰ ਇਹਦੇ ਵਿੱਚ ਜੰਗਲ ਵੀ ਆਉਂਦੇ ਆ, ਘਾਹ ਦੇ ਮੈਦਾਨ ਆਉਂਦੇ ਆ, ਨਦੀਆਂ ਆਉਂਦੀਆਂ, ਤਲਾਬ ਆਉਂਦੇ ਆ। ਐਗਜ਼ਾਮਪਲ ਕੋਡਾਚੈਡਰੀ ਹਿਲਸ ਐਟ ਕੋਲੂਰ, ਬਿਲੀਗਿਰੀ ਰੰਗਾਨਾਥਾ ਹਿਲਸ। ਫਿਰ ਬਾਇਓਡਾਇਵਰਸਿਟੀ ਡਿਪਲੀਸ਼ਨ ਮਤਲਬ ख़त्म, ਤਹਿਸ ਨਹਿਸ ਕਰਨਾ। ਰਿਡਕਸ਼ਨ ਔਰ ਲਾਸ ਆਫ ਪਲਾਂਟਸ ਐਂਡ ਐਨੀਮਲਸ ਆਫ ਬਾਇਓਡਾਇਵਰਸਿਟੀ, ਇਹਨੂੰ ਅਸੀਂ ਕਹਿੰਦੇ ਹਾਂ ਬਾਇਓਡਾਇਵਰਸਿਟੀ ਮਤਲਬ ਜਿੰਨੀ ਖ਼ਤਮ ਹੋਈ ਆ ਬਾਇਓਡਾਇਵਰਸਿਟੀ, ਉਹ ਬਾਇਓਡਾਇਵਰਸਿਟੀ ਡਿਪਲੀਸ਼ਨ ਹੋ ਗਈ। ਉਹਦੇ ਕੌਜ਼ ਨੈਚੁਰਲ ਵੀ ਹੋ ਸਕਦੇ ਆ, ਜਿਵੇਂ ਹੁਣ ਪ੍ਰਾਕ੍ਰਿਤਿਕ ਆਪਦਾ ਆ ਗਈ ਆ, ਅਸੀਂ ਮਾਲ ਬਣਾ ਲਏ, ਬਿਲਡਿੰਗਸ ਬਣਾ ਲਈ। ਫਿਰ ਬੇਟਾ ਇਹਦੇ ਵਿੱਚ ਆਉਂਦਾ ਆ ਬਾਇਓਸਫੀਅਰ ਰਿਜ਼ਰਵਸ।
ਹੁਣ ਬਾਇਓਸਫੀਅਰ ਰਿਜ਼ਰਵਸ ਕੀ ਆ? ਲਾਰਜ ਅਨਡਿਸਟਰਬਡ, ਜਿਹਨੂੰ ਅਸੀਂ ਡਿਸਟਰਬ ਨਹੀਂ ਕਰਦੇ ਏਰੀਆ, ਜਿੱਥੇ ਵਾਈਲਡ ਲਾਈਫ ਨੂੰ ਪ੍ਰੋਟੈਕਟ ਕਰਦੇ ਆ, ਉਹਨਾਂ ਦੇ ਨੈਚੁਰਲ ਹੈਬਿਟੈਟ ਮਤਲਬ ਜਿੱਦਾਂ ਦਾ ਉਹਨਾਂ ਦਾ ਘਰ ਹੁੰਦਾ ਆ। ਜੇ ਜੰਗਲ ਆ ਤਾਂ ਜੰਗਲ ਦੇ ਆਲੇ ਦੁਆਲੇ ਅਸੀਂ ਜ਼ੂ ਬਣਾਇਆ ਹੋਵੇ, ਜਾਂ ਉਸੇ ਹੀ ਜੰਗਲ, ਜਿੱਦਾਂ ਛਤਬੀਰ ਯੂ ਜਿਹੜਾ ਆ ਜੰਗਲ 'ਚ ਹੀ ਆ, ਉਹਨੂੰ ਅਸੀਂ ਬਾਇਓਸਫੀਅਰ ਰਿਜ਼ਰਵ ਕਹਿ ਸਕਦੇ ਹਾਂ, ਕਿਉਂਕਿ ਐਨੀਮਲ ਨੂੰ ਉਹਦੇ ਨੈਚੁਰਲ ਹੈਬਿਟੈਟ 'ਚ ਹੀ ਅਸੀਂ ਪ੍ਰੋਟੈਕਟ ਕਰਦੇ ਹਾਂ। ਇਹ 3 ਜ਼ੋਨਸ 'ਚ ਡਿਵਾਈਡਡ ਹੁੰਦਾ ਬਾਇਓਸਫੀਅਰ ਰਿਜ਼ਰਵਾਇਰ: ਕੋਰ ਜ਼ੋਨ, ਬਫਰ ਜ਼ੋਨ ਅਤੇ ਟ੍ਰਾਂਜ਼ੀਸ਼ਨ ਜ਼ੋਨ। ਕੋਰ ਜ਼ੋਨ ਜਿਹੜਾ ਸਭ ਤੋਂ ਇਨਰਮੋਸਟ ਏਰੀਆ, ਅੰਦਰਲਾ ਏਰੀਆ ਆ ਬਾਇਓਸਫੀਅਰ ਰਿਜ਼ਰਵਾਇਰ ਦਾ, ਜਿੱਥੇ ਹਿਊਮਨ ਐਕਟੀਵਿਟੀ ਨਹੀਂ ਹੁੰਦੀ ਹੈਗੀ, ਬਿਲਕੁਲ ਵੀ ਬੰਦਿਆਂ ਨੂੰ ਜਾ ਕੇ ਉੱਥੇ ਕੰਮ ਕਰਨ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਹੁੰਦੀ, ਉਹਨਾਂ ਦੇ ਆਪਣੇ ਹੀ ਬੰਦੇ ਹੁੰਦੇ ਆ। ਬਫਰ ਜ਼ੋਨ ਆ ਆਊਟਸਾਈਡ ਕੋਰ ਆ ਜ਼ੋਨ ਵੇਅਰ ਹਿਊਮਨ ਐਕਟੀਵਿਟੀ ਪਰਮਿਟ ਹੁੰਦੀ ਆ, ਅਲਾਉਡ ਹੁੰਦੀ ਹੈ। ਬਫਰ ਜ਼ੋਨ ਦੇ ਵਿੱਚ ਪਬਲਿਕ ਨਹੀਂ ਅਲਾਉਡ ਹੁੰਦੀ, ਸਿਰਫ ਰਿਸਰਚ ਐਕਟੀਵਿਟੀਜ਼ ਜਿਹੜੀਆਂ ਆ, ਜਿੱਦਾਂ ਜੇ ਕਿਸੇ ਨੇ ਕੋਈ PhD ਕਰਨੀ ਆ ਜਾਂ ਪ੍ਰੈਕਟੀਕਲ ਕਰਨਾ ਹੈ, ਰਿਸਰਚ ਕਰਨੀ ਆ, ਸਿਰਫ ਉਹਨਾਂ ਦੀ ਐਕਟੀਵਿਟੀਜ਼ ਅਲਾਉਡ ਹੁੰਦੀਆਂ ਆ, ਆਮ ਲੋਕਾਂ ਦੀਆਂ ਨਹੀਂ। ਇਹ ਵੀ 2 ਹਿੱਸਿਆਂ 'ਚ ਡਿਵਾਈਡ ਹੈ, ਜਿੱਦਾਂ 1 ਔਰ 2। ਬਫਰ ਜ਼ੋਨ ਜਿਹੜਾ ਹੈ ਨਾ 2 ਹਿੱਸਿਆਂ 'ਚ ਡਿਵਾਈਡਡ ਹੋਏਗਾ। ਆ ਤਾਂ ਸੈਂਟਰਲ ਆ ਫਸਟ ਬਫਰ ਜ਼ੋਨ, ਆ ਸੈਕਿੰਡ। ਇੱਥੇ ਸਿਰਫ ਰਿਸਰਚ ਐਕਟੀਵਿਟੀਜ਼, ਅਤੇ ਬਫਰ ਜ਼ੋਨ 2 'ਚ ਪਬਲਿਕ ਜਿਹੜੀ ਆ ਉਹ ਐਂਟਰ ਕਰ ਸਕਦੀ ਆ ਸਿਰਫ ਦੇਖਣ ਲਈ, ਜਿੱਦਾਂ ਅਸੀਂ ਜ਼ੂ 'ਚ ਜਾਈਏ ਸ਼ੇਰ ਦੇਖਣ ਲਈ, ਜਾਂ ਕਈ ਵਾਰ ਜੇ ਫਰੂਟ ਦੇ ਪੇੜ ਲੱਗੇ ਹੋ, ਫਰੂਟ ਸੀਡਸ ਸ਼ਹਿਦ ਇਕੱਠਾ ਕਰਨ ਲਈ। ਫਿਰ ਹੈਗਾ ਆ ਟ੍ਰਾਂਜ਼ੀਸ਼ਨਲ ਜ਼ੋਨ। ਇਹ ਟ੍ਰਾਂਜ਼ੀਸ਼ਨਲ ਜ਼ੋਨ ਸਭ ਤੋਂ ਬਾਹਰ ਵਾਲਾ ਏਰੀਆ, ਜਿੱਥੇ ਐਗਰੀਕਲਚਰ ਐਕਟੀਵਿਟੀਜ਼ ਵੀ, ਛੋਟੇ ਏਰੀਆਜ਼ ਕਿਆਰੇ ਬਣਾ ਕੇ ਉੱਥੇ ਕੋਈ ਕਹਿ ਲਓ ਕਿ ਸਬਜ਼ੀ ਬੀਜ ਲਈ, ਕੋਈ ਫਲ ਦਾ ਬੂਟਾ ਲਗਾਤਾ। ਸੋਇਲ ਇਰੋਜ਼ਨ, ਡੀਫੋਰੈਸਟੇਸ਼ਨ, ਓਵਰਗ੍ਰੇਜ਼ਿੰਗ, ਇਹ ਇਸ ਏਰੀਆ 'ਚ ਆਮ ਦੇਖਣ ਨੂੰ ਮਿਲਦੀ ਆ ਟ੍ਰਾਂਜ਼ੀਸ਼ਨ ਜ਼ੋਨ ਦੇ ਵਿੱਚ। ਫਿਰ ਹੁਣ ਬਾਇਓਸਫੀਅਰ 'ਚ ਅਸੀਂ ਪੜ੍ਹ ਰਹੇ ਹਾਂ ਕੰਜ਼ਰਵੇਸ਼ਨ ਆਫ ਬਾਇਓਡਾਇਵਰਸਿਟੀ, ਤਾਂ ਅਸੀਂ ਨੈਸ਼ਨਲ ਪਾਰਕਸ ਬਣਾ ਕੇ ਵੀ ਕੰਜ਼ਰਵ ਕਰ ਸਕਦੇ ਹਾਂ। ਇਹ ਪ੍ਰੋਟੈਕਟਡ ਏਰੀਆਸ ਆ, ਜਿੱਥੇ ਕੰਜ਼ਰਵੇਸ਼ਨ ਵਾਈਲਡ ਲਾਈਫ ਦੀ ਰਿਸਟ੍ਰਿਕਟਡ ਹੁੰਦੀ ਆ, ਜਾਂ ਇੱਥੇ ਵਾਈਲਡ ਲਾਈਫ ਰਿਜ਼ਰਵਡ ਹੁੰਦੀ ਆ। ਹਿਊਮਨ ਐਕਟੀਵਿਟੀਜ਼, ਚਰਨਾ, ਪਸ਼ੂਆਂ ਦਾ ਚਰਨਾ, ਕਲਟੀਵੇਸ਼ਨ ਮਤਲਬ ਫਸਲ ਉਗਾਉਣੀ, ਇਹ ਬੈਨ ਹੁੰਦੀ ਹੈ ਇੱਥੇ। ਫਿਰ ਇੰਪੋਰਟੈਂਟ ਨੈਸ਼ਨਲ ਪਾਰਕ, ਬਾਂਦੀਪੁਰ ਨੈਸ਼ਨਲ ਪਾਰਕ ਕਰਨਾਟਕਾ 'ਚ, ਜਿੱਥੇ ਐਲੀਫੈਂਟਸ ਔਰ ਟਾਈਗਰ। ਬੇਟਾ ਇਹ ਵੈਰੀ ਇੰਪੋਰਟੈਂਟ ਕੁਐਸਚਨ ਆ, ਤੁਹਾਨੂੰ ਇਹਨਾਂ 'ਚ ਪੁੱਛ ਸਕਦੇ ਆ ਕਿ ਕਿਹੜੀ ਨੈਸ਼ਨਲ ਪਾਰਕਸ ਆ ਜਾਂ ਕਿੱਥੇ ਕੀ ਪ੍ਰੀਜ਼ਰਵਡ ਹੁੰਦਾ ਆ। 2 ਲਾਈਨਾਂ ਯਾਦ ਕਰ ਲਿਓ। ਕਾਜ਼ੀਰੰਗਾ ਨੈਸ਼ਨਲ ਪਾਰਕ, ਜਿੱਥੇ ਅਸਾਮ 'ਚ ਆ, ਇਹ ਰਾਈਨੋਸੀਰੋਸ ਆ ਬਣੇ ਹੋਏ ਆ, ਗੈਂਡੇ ਜਿਨ੍ਹਾਂ ਨੂੰ ਕਹਿੰਦੇ ਆ, ਇਹ ਪ੍ਰੋਟੈਕਟਡ ਹੁੰਦੇ ਆ। ਸੁੰਦਰਬਨ ਨੈਸ਼ਨਲ ਪਾਰਕ ਵੈਸਟ ਬੰਗਾਲ 'ਚ ਆ, ਇੱਥੇ ਰੈਡਲੀ ਸੀ ਟਰਟਲ ਸਾਨੂੰ ਮਿਲ ਜਾਣੇ ਆ, ਬੰਗਾਲ ਟਾਈਗਰ ਮਿਲ ਜਾਣੇ ਆ। ਫਿਰ ਕਾਹਨਾ ਨੈਸ਼ਨਲ ਪਾਰਕ ਮੱਧ ਪ੍ਰਦੇਸ਼, ਜਿੱਥੇ ਹਿਰਨ ਵਗੈਰਾ, ਸਵੈਂਪ ਡੀਅਰ ਸਾਨੂੰ ਮਿਲ ਜਾਣੇ ਆ। ਫਿਰ ਗਿਰ ਨੈਸ਼ਨਲ ਪਾਰਕ, ਇਹ ਗੁਜਰਾਤ 'ਚ ਆ। ਹਰ ਸਟੇਟ 'ਚ ਹੋਣੀ ਆ ਕੋਈ ਨਾ ਕੋਈ। ਏਸ਼ੀਆਟਿਕ ਲਾਇਨ ਇੱਥੇ ਮਿਲ ਜਾਂਦੇ ਆ। ਦੈਨ ਮਾਨਸਾ ਨੈਸ਼ਨਲ ਪਾਰਕ, ਇਹ ਹਿਮਾਲਿਅਨ ਫੁੱਟ ਹਿਲਸ 'ਚ ਆ। ਟਾਈਗਰ, ਐਲੀਫੈਂਟਸ ਇੱਥੇ ਮਿਲ ਜਾਂਦੇ ਆ। ਰਣਥੰਭੌਰ ਨੈਸ਼ਨਲ ਪਾਰਕ ਰਾਜਸਥਾਨ 'ਚ ਆ, ਟਾਈਗਰ, ਲੈਪਰਡਸ ਵਗੈਰਾ। ਡਚੀਗਮ ਨੈਸ਼ਨਲ ਪਾਰਕ, ਇਹ ਜੰਮੂ ਕਸ਼ਮੀਰ 'ਚ ਆ। ਇੱਥੇ ਕਸ਼ਮੀਰੀ ਸਟੈਗ ਹਿਰਨ ਵਰਗੇ ਹੁੰਦੇ ਆ, ਉਹ ਪ੍ਰੀਜ਼ਰਵਡ ਹੁੰਦੇ ਆ। ਫਿਰ ਗੱਲ ਕਰੀਏ ਸੈਂਚੁਰੀਜ਼। ਬੇਟਾ ਡਿਫਰੈਂਸ ਪੁੱਛ ਲੈਂਦੇ ਆ ਤੁਹਾਨੂੰ, ਨੈਸ਼ਨਲ ਪਾਰਕ ਔਰ ਸੈਂਚੁਰੀਜ਼ 'ਚ ਕੀ ਫ਼ਰਕ ਆ। ਤਾਂ ਤੁਸੀਂ ਜਿਹੜੇ ਸੈਂਚੁਰੀਜ਼ ਆ ਉਹ ਨੈਸ਼ਨਲ ਪਾਰਕਸ ਤੋਂ ਛੋਟੀਆਂ ਹੁੰਦੀਆਂ ਆ। ਇਸ ਏਰੀਆ ਦੇ ਵਿੱਚ ਹਿਊਮਨ ਐਕਟੀਵਿਟੀ ਅਲਾਉਡ ਹੁੰਦੀ ਆ, ਫਰੂਟਸ ਇਕੱਠੇ ਕਰਨ ਲਈ, ਸੀਡਸ, ਹਨੀ, ਐਨੀਮਲ ਗ੍ਰੇਜ਼ਿੰਗ,
ਪਸ਼ੂ ਚਰਾ ਸਕਦੇ ਹਾਂ, ਪਰ ਨੈਸ਼ਨਲ ਪਾਰਕ 'ਚ ਨਹੀਂ ਇਹ ਐਕਟੀਵਿਟੀਜ਼ ਜਿਹੜੀਆਂ ਨਹੀਂ ਅਲਾਊਡ ਹੁੰਦੀਆਂ ਔਰ ਵੱਡੇ ਹੁੰਦੇ ਆ ਨੈਸ਼ਨਲ ਪਾਰਕਸ, ਹੈ ਨਾ। ਸੈਂਚੁਰੀਜ਼ ਵੀ ਇੱਦਾਂ ਹੀ ਆ, ਰੰਗਾਥਿੱਤੂ ਬਰਡ ਸੈਂਚੁਰੀ ਕਰਨਾਟਕਾ 'ਚ, ਹੈ ਨਾ। ਬਾਡਰਾ ਵਾਈਲਡ ਲਾਈਫ ਸੈਂਚੁਰੀ ਕਰਨਾਟਕਾ, ਇਹ ਗਲਤ ਲਿਖ ਹੋ ਗਿਆ ਬੇਟੇ, ਠੀਕ ਕਰ ਲਿਓ, ਕਰਨਾਟਕਾ। ਪੈਰੀਆਰ ਕੇਰਲਾ 'ਚ ਐਲੀਫੈਂਟਸ ਵਗੈਰਾ ਇੱਥੇ ਪ੍ਰੋਟੈਕਟ ਕਰਦੇ ਆ। ਅੰਨਾਮਲਾਈ ਵਾਈਲਡ ਲਾਈਫ ਤਾਮਿਲਨਾਡੂ 'ਚ ਆ, ਜਿੱਥੇ ਟਾਈਗਰਸ ਵਗੈਰਾ ਹੁੰਦੇ ਆ। ਇਹਨਾਂ ਤੋਂ ਇਲਾਵਾ ਫਿਰ ਆਪਾਂ ਬਣਾਏ ਹੋਏ ਹੈਗੇ ਆ ਜ਼ੂਲੋਜੀਕਲ ਗਾਰਡਨ, ਜਿੱਥੇ ਅਸੀਂ ਇਹ ਜ਼ੂ ਹੁੰਦੇ ਆ, ਜਿੱਥੇ ਡਿਫਰੈਂਟ ਐਂਡੇਂਜਰਡ ਜਿਹੜੇ ਮਰਨ ਦੀ ਕਗਾਰ 'ਤੇ ਆ ਉਹ ਐਨੀਮਲਸ ਨੂੰ ਆਪਾਂ ਪ੍ਰੋਟੈਕਟ ਕਰੀਦਾ ਆ। ਇਹ ਚਾਮਾ ਰਜਿੰਦਰਾ ਜ਼ੂਲੋਜੀਕਲ ਪਾਰਕ ਮੈਸੂਰ 'ਚ ਆ, ਬਾਨਰਘਟਾ ਜ਼ੂਲੋਜੀਕਲ ਪਾਰਕ ਬੰਗਲੌਰ 'ਚ ਆ, ਪਿਲੀਕੁਲਾ ਜ਼ੂਲੋਜੀਕਲ ਮੈਂਗਲੌਰ 'ਚ, ਲਾਇਨ ਸਫਾਰੀ ਤਾਲਾਗੱਪਾ ਸ਼ਿਮੋਗਾ। ਫਿਰ ਇਹ 2-3 ਟਰਮਸ ਆ, IBWL ਇੰਡੀਅਨ ਬੋਰਡ ਆਫ ਵਾਈਲਡ ਲਾਈਫ, WWFI ਵਰਲਡ ਵਾਈਲਡ ਲਾਈਫ ਇੰਡੀਆ, ਹੈ ਨਾ। ਫਿਰ ਬੇਟੇ ਕਿਉਂ ਲੋੜ ਪਈ ਆਪਾਂ ਨੂੰ ਕੰਜ਼ਰਵ ਕਰਨ ਦੀ ਬਾਇਓਡਾਇਵਰਸਿਟੀ? ਰਹਿਣ ਦਿੰਦੇ, ਨਾ ਕੰਜ਼ਰਵ ਕਰਦੇ ਫਿਰ ਕੀ ਹੋਣਾ ਸੀਗਾ? ਬਹੁਤ ਕੁਝ, ਸਾਨੂੰ ਕੁਝ ਵੀ ਨਹੀਂ ਮਿਲਣਾ ਸੀ, ਐਨੀਮਲਸ ਵੀ ਨਹੀਂ ਮਿਲਣੇ ਸੀਗੇ। ਤਾਂ ਨੈਰੋ ਯੂਟਿਲੇਰੀਅਨ, ਬ੍ਰੌਡਲੀ ਯੂਟਿਲੇਰੀਅਨ, ਐਥੀਕਲ ਆਰਗੂਮੈਂਟਸ ਇਹਦੇ 'ਤੇ ਹੈਗੇ ਆ। ਮਤਲਬ ਕਿ ਸਾਡੇ ਆਪਣੇ ਫਾਇਦੇ ਲਈ ਕੁਛ ਅਸੀਂ ਥੋੜ੍ਹੀਆਂ ਚੀਜ਼ਾਂ ਯੂਜ਼ ਕਰਦੇ ਹਾਂ, ਬਹੁਤ ਜ਼ਿਆਦਾ ਚੀਜ਼ਾਂ ਯੂਜ਼ ਕਰਦੇ ਹਾਂ। ਸਾਡੇ ਜਿਹੜੇ ਅਸੀਂ ਪੜ੍ਹੇ ਸੀਗੇ ਕਿ ਰਿਲੀਜੀਅਸ ਸੈਂਟੀਮੈਂਟਸ, ਵਿਚਾਰਧਾਰਾ ਸਾਡੀ ਪੂਜਣ ਵਾਲੀ ਰਿਲੀਜੀਅਸ ਫੇਥ ਜਿਹੜਾ ਆ ਉਹ ਸਾਨੂੰ ਮਜਬੂਰ ਕਰਦਾ ਆ ਟੂ ਕੰਜ਼ਰਵ ਬਾਇਓਡਾਇਵਰਸਿਟੀ। ਅਤੇ ਨੈਰੋ ਯੂਟਿਲੇਰੀਅਨ ਬੇਟਾ ਹੈਗੀ ਆ, ਨੈਰੋ ਯੂਟਿਲੇਰੀਅਨ ਸਾਰਿਆਂ ਨੂੰ ਪਤਾ ਆ। ਇਹਦੇ ਵਿੱਚ ਸਾਨੂੰ ਜੰਗਲਾਂ ਤੋਂ, ਜਾਨਵਰਾਂ ਤੋਂ ਕੀ ਮਿਲਦਾ ਆ ਉਹ ਅਸੀਂ ਇਹਦੇ ਵਿੱਚ ਪੜ੍ਹਾਂਗੇ। ਫੋਰ ਐਗਜ਼ਾਮਪਲ ਫੂਡ ਮਿਲਦਾ ਆ ਸਾਨੂੰ, ਮੈਡੀਸਿਨ ਮਿਲਦੀ ਆ, ਹੈ ਨਾ। ਫੋਰੈਸਟਰੀ ਸਾਡੇ ਲਈ ਹੈਲਪਫੁਲ ਆ। ਫਾਇਰਵੁੱਡ ਲੱਕੜੀਆਂ ਜਲਾਉਣ ਦੇ ਕੰਮ ਆਉਂਦੇ ਆ। ਫਾਈਬਰ, ਮੈਡੀਸਿਨਸ, ਕੰਸਟਰਕਸ਼ਨ ਵਰਕ ਲਈ, ਇੰਡਸਟਰੀਅਲ ਪ੍ਰੋਡਕਟਸ, ਬਹੁਤ ਸਾਰੀਆਂ ਕਹਿ ਲਓ ਕਿ ਕਾਸਮੈਟਿਕਸ 'ਚ ਇਹ ਸਾਰੀਆਂ ਚੀਜ਼ਾਂ ਯੂਜ਼ ਹੁੰਦੀਆਂ। ਤਾਂ ਜਿਹੜੇ ਸਾਨੂੰ ਥੋੜ੍ਹੇ ਚੀਜ਼ਾਂ ਅਸੀਂ ਲਈਦੀਆਂ ਆ, ਇਹਨਾਂ ਤੋਂ ਫਿਰ ਵੱਡੇ ਆਪਣੇ ਪ੍ਰੋਡਕਟਸ ਬਣਾਈਦੇ, ਉਹਨਾਂ ਨੂੰ ਆਪਾਂ ਕਹਿ ਦਈਦਾ ਨੈਰੋ ਯੂਟਿਲੇਰੀਅਨ। ਫਿਰ ਬੇਟਾ ਯੂਟਿਲੇਰੀਅਨ ਮਤਲਬ ਯੂਟਿਲਿਟੀ, ਅਸੀਂ ਯੂਜ਼ ਕਰਦੇ ਹਾਂ। ਫਿਰ ਹੈਗਾ ਬ੍ਰੌਡਲੀ ਯੂਟਿਲੇਰੀਅਨ। ਬ੍ਰੌਡਲੀ ਯੂਟਿਲੇਰੀਅਨ ਮਤਲਬ ਜਿਹੜਾ ਵੱਡੇ ਲੈਵਲ 'ਤੇ ਅਸੀਂ ਯੂਜ਼ ਕਰਦੇ ਹਾਂ। ਈਕੋਸਿਸਟਮ ਸਰਵਿਸਿਜ਼, ਜਿੱਦਾਂ ਹੁਣ ਐਮਾਜ਼ੋਨ ਫੋਰੈਸਟ ਆ, ਐਮਾਜ਼ੋਨ ਫੋਰੈਸਟ ਜਿਹੜਾ ਆ ਉਹ 20% ਆਕਸੀਜਨ ਜਿਹੜੀ ਆ ਐਟਮੋਸਫੇਅਰ 'ਚ ਇਕੱਲਾ ਹੀ ਦਿੰਦਾ ਆ। ਫਿਰ ਪੋਲੀਨੇਸ਼ਨ ਆਫ ਪਲਾਂਟਸ ਬੇਟਾ, ਪੋਲੀਨੇਸ਼ਨ ਹੁਣ ਬਾਇਓ ਦੀ ਟਰਮ ਆ, ਜਿੱਦਾਂ ਆਹ ਮੇਲ ਫਲਾਰ ਆ ਫੀਮੇਲ ਫਲਾਰ ਆ, ਇੱਥੇ ਪੋਲਨ ਗ੍ਰੇਨਸ ਹੁੰਦੇ ਆ, ਇਹਦੇ 'ਤੇ ਸਟਿਗਮਾ, ਇੰਨਾ ਤੁਸੀਂ ਡਿਟੇਲ 'ਚ ਨਹੀਂ ਜਾਣਾ ਪਰ ਮੈਂ ਦੱਸ ਦਿੰਦੀ ਹਾਂ। ਹੁਣ ਇਹ ਪੋਲਨ ਗ੍ਰੇਨਸ ਹਵਾ ਨਾਲ, ਪਾਣੀ ਨਾਲ, ਜਾਨਵਰਾਂ ਇਨਸੈਕਟਸ ਨਾਲ ਉੜ ਕੇ, ਖਹਿ ਕੇ, ਉਹਨਾਂ ਦੇ ਪੰਖਾਂ ਨਾਲ ਚਿਪਕ ਕੇ ਸਟਿਗਮਾ 'ਤੇ ਜਾ ਕੇ ਚਿਪਕ ਜਾਣੇ ਆ। ਇਹਨਾਂ ਦਾ ਰੀਪਰੋਡਕਸ਼ਨ ਹੋ ਜਾਣਾ ਆ, ਫਰਟੀਲਾਈਜੇਸ਼ਨ, ਜ਼ਾਈਗੋਟ ਬਣਿਆ, ਐਮਬਰੀਓ ਬਣਿਆ, ਇਹਨੂੰ ਅਸੀਂ ਫਿਰ ਨਵਾਂ ਪੌਦਾ ਬਣਿਆ, ਇਹਨੂੰ ਕਹਿੰਦੇ ਆ ਪੋਲੀਨੇਸ਼ਨ। ਫਿਰ ਆਪਣੇ ਐਸਥੈਟਿਕ ਵੈਲਿਊਜ਼ ਦਾ ਪਤਾ ਹੀ ਆ ਕਿ ਅਸੀਂ ਖੂਬਸੂਰਤੀ ਦੇਖਣ ਜਾਂਦੇ। ਕਿਉਂ ਜਾਂਦੇ ਆ ਤੁਸੀਂ ਜੰਮੂ ਕਸ਼ਮੀਰ ਜਾਂ ਫਿਰ ਸ਼ਿਮਲਾ, ਮਨਾਲੀ, ਹੈ ਨਾ, ਉੱਧਰ ਸਿੱਕਿਮ ਵਗੈਰਾ, 7 ਸਟੇਟਸ ਜਿਨ੍ਹਾਂ ਨੂੰ ਸਿਸਟਰ ਆਫ 7 ਸਟੇਟਸ ਕਹਿੰਦੇ ਆ, ਉਹ ਆਪਾਂ ਦੇਖਣ ਜਾਂਦੇ ਆ। ਉਹਦੀ ਸਨੋਫਾਲ ਹੁੰਦੀ ਆ ਉੱਥੇ, ਗ੍ਰੀਨਰੀ ਦੇਖਣ ਜਾਂਦੇ ਆ, ਬਿਊਟੀ ਆਫ ਨੇਚਰ ਦੇਖਣ ਜਾਂਦੇ ਆ, ਫੁੱਲ ਪੱਤੀਆਂ ਦੇਖਣ ਜਾਂਦੇ ਆ। ਸੋ ਇਹ ਸਾਡੇ ਸੈਂਟੀਮੈਂਟਸ ਆ, ਪੂਜਨ। ਕਈ ਹੁਣ ਪਲਾਂਟਸ ਵਗੈਰਾ ਨੂੰ ਪੂਜਦੇ ਆ, ਤਾਂ ਉਹ ਸਾਰੇ ਐਸਥੈਟਿਕ ਵੈਲਿਊਜ਼, ਆਸਥਾ।
ਫਿਰ ਇਹ ਤਾਂ ਹੋ ਗਿਆ ਸੀ ਟੂਰਿਜ਼ਮ। ਆਹ ਜਿਹੜਾ ਪੁਆਇੰਟ ਸੀਗਾ ਉੱਪਰ, ਸੌਰੀ, ਇਹ ਐਸਥੈਟਿਕ ਟੂਰਿਜ਼ਮ ਵਗੈਰਾ ਆ ਜਾਂਦਾ ਹੈ ਕਿ ਅਸੀਂ ਦੇਖਣ ਜਾਂਦੇ ਆ, ਬਾਹਰੋਂ ਲੋਕ ਦੇਖਣ ਆਉਂਦੇ ਆ, ਸਾਨੂੰ ਉੱਤੋਂ ਵੀ ਪੈਸੇ ਮਿਲਦੇ ਆ। ਸੋ ਇਹ ਹੋ ਗਿਆ ਟੂਰਿਜ਼ਮ। ਦੈਨ ਇਜ਼ ਐਥੀਕਲ। ਐਥੀਕਲ ਬੇਟਾ ਪਤਾ ਹੀ ਆ ਤੁਹਾਨੂੰ ਕਿ ਮਿਲੀਅਨਸ ਆਫ ਪਲਾਂਟਸ ਐਨੀਮਲਸ ਹੈਗੇ ਆ ਇਸ ਧਰਤੀ 'ਤੇ, ਉਹਨਾਂ 'ਤੇ ਅਸੀਂ ਡਿਪੈਂਡੈਂਟ ਆ, ਉਹ ਸਾਡੇ 'ਤੇ ਡਿਪੈਂਡੈਂਟ ਆ। ਇੱਥੇ ਚਲੋ ਮੋਰਲ ਡਿਊਟੀ ਹੈ ਸਾਡੀ ਹਰ ਲਿਵਿੰਗ ਆਰਗੈਨਿਜ਼ਮ ਨੂੰ ਬਚਾਉਣਾ, ਹੈ ਨਾ, ਉਹਨਾਂ ਨੂੰ, ਤਾਂ ਕਿ ਸਾਡੀ ਫਿਊਚਰ ਜਨਰੇਸ਼ਨ ਜਿਹੜੀ ਆ ਇਹਨਾਂ ਨੂੰ ਦੇਖ ਸਕੇ ਜਾਂ ਇਹਨਾਂ 'ਤੇ ਇਹਨਾਂ ਨੂੰ ਉਹ ਵੀ ਆਨੰਦ ਮਾਣ ਸਕਣ। ਅਤੇ ਬਹੁਤ ਸਾਰੇ ਇੱਥੇ ਤੁਸੀਂ ਲਾਈਨ ਕੰਪਲੀਟ ਕਰ ਲੈਣਾ ਕਿ ਉਹ ਪਹਿਲੀ ਵਾਲੀ ਸਲਾਈਡ ਤੋਂ, ਕਿ ਬਹੁਤ ਸਾਰੇ ਸਪੀਸ਼ੀਜ਼ ਨੂੰ ਅਸੀਂ ਸੇਕਰੇਡ ਆ, ਅਸੀਂ ਪੂਜਦੇ ਹਾਂ, ਰਿਲੀਜੀਅਸ ਆ ਕਹਿ ਸਕਦੇ ਹਾਂ, ਵਰਸ਼ਿਪ ਕਰਦੇ ਹਾਂ, ਆਪਣੇ ਤੋਂ ਕੁਝ ਵੀ ਬਣਾ ਕੇ ਲਿਖਦੇ ਹੋ, ਫॉर ਵਰਸ਼ਿਪ। ਸਾਨੂੰ ਇਹ ਸਪੀਸ਼ੀਜ਼ ਬਾਇਓਡਾਇਵਰਸਿਟੀ ਜਿਹੜੀ ਹੈ ਬਚਾ ਕੇ ਰੱਖਣੀ ਚਾਹੀਦੀ ਹੈ। ਫਿਰ ਬੇਟਾ ਇੱਕ ਨਿੱਕਾ ਜਿਹਾ ਟੌਪਿਕ ਆ ਕਨਵੈਨਸ਼ਨਸ ਔਨ ਬਾਇਓਡਾਇਵਰਸਿਟੀ। ਇਹ ਮੈਂ ਤੁਹਾਨੂੰ ਵੈਸੇ ਹੀ ਦੱਸਤਾ ਆ, ਕਿਉਂਕਿ ਜਿਹੜਾ 1 ਮਾਰਚ ਕਈ ਵਾਰ ਜੇ ਆਉਂਦੇ ਆ ਤਾਂ ਪੁੱਛ ਲੈਂਦੇ ਆ। ਅਰਥ ਸਮਿਟ ਕਿੱਥੇ ਹੋਇਆ ਸੀ? ਰੀਓ ਡੀਓ ਜੈਨਰੀਓ 'ਚ ਇਨ 1992। ਵਰਲਡ ਸਮਿਟ ਔਨ ਸਸਟੇਨੇਬਲ ਡਿਵੈਲਪਮੈਂਟ ਜੋਹਾਨਸਬਰਗ ਨੇ ਇਹ ਸਭ ਤੋਂ ਪਹਿਲਾਂ ਜੋਹਾਨਸਬਰਗ 'ਚ ਹੋਇਆ ਸੀ। ਇਹ ਸਾਊਥ ਅਫਰੀਕਾ 'ਚ 2002 'ਚ ਹੋਇਆ ਸੀ। ਇਸ ਸਮਿਟ ਵਿੱਚ 190 ਕੰਟਰੀਆਂ ਨੇ ਪਲੈਜ ਮਨੇ ਸ਼ਪਥ ਲਈ ਸੀਗੀ ਕਿ ਆਪਣਾ ਬਾਇਓਡਾਇਵਰਸਿਟੀ ਲਾਸ ਨੂੰ ਘਟਾਉਣਾ ਆ, ਲਾਸ ਨੂੰ ਘਟਾਉਣਾ ਆ ਅਤੇ ਬਾਇਓਡਾਇਵਰਸਿਟੀ ਨੂੰ ਬਚਾਉਣਾ ਆ, ਚਾਹੇ ਗਲੋਬਲ ਲੈਵਲ 'ਤੇ ਜਾ ਕੇ, ਲੋਕਲ ਲੈਵਲ 'ਤੇ ਜਾ ਕੇ ਬਾਏ 2010। ਪਰ ਆਪਾਂ ਬਹੁਤ ਜ਼ਿਆਦਾ ਕਾਮਯਾਬ ਨਹੀਂ ਹੋਏ ਹੈਗੇ। ਮੈਂ ਤੁਹਾਨੂੰ ਉੱਥੇ ਦੱਸਿਆ ਸੀਗਾ ਕਿ ਡਿਫਰੈਂਸ ਪੁੱਛ ਸਕਦੇ ਆ ਤੁਹਾਨੂੰ, ਤਾਂ ਇਸ ਤਰ੍ਹਾਂ ਦੇ ਪੁਆਇੰਟ ਬਣਾਤੇ ਆ, ਹੈ ਤਾਂ ਉਹੀ ਹੈ ਜੋ ਤੁਸੀਂ ਉੱਪਰ ਪੜ੍ਹਿਆ ਆ, ਪਰ ਇਹ ਪੁਆਇੰਟ ਫਾਰਮ 'ਚ ਤੁਹਾਨੂੰ ਦੇ ਦਿੱਤਾ ਆ ਅਤੇ ਤੁਸੀਂ ਪੜ੍ਹ ਲਿਓ। ਇੱਕ ਰੈਡ ਡਾਟਾ ਬੁੱਕ ਬਾਰੇ ਮੈਂ ਥੋੜ੍ਹਾ ਜਿਹਾ 1-2 ਲਾਈਨਾਂ ਤੁਹਾਨੂੰ ਵੈਸੇ ਲਿਖ ਕੇ ਭੇਜ ਦੂੰਗੀ, ਉਹ ਤੁਸੀਂ ਲਰਨ ਕਰ ਲੈਣਾ। ਪਰ ਇਹਦੇ ਨਾਲ ਤੁਹਾਡਾ ਇਹ ਵਾਲਾ ਚੈਪਟਰ ਕੰਪਲੀਟ ਹੋ ਗਿਆ। ਹੁਣ ਆਪਾਂ ਨੈਕਸਟ ਚੈਪਟਰ ਸਟਾਰਟ ਕਰਾਂਗੇ ਦੇਖ ਕੇ ਸਿਲੇਬਸ 'ਚੋਂ। ਬੇਟੇ ਬੁੱਕ ਦੇਖ ਲਿਓ, ਵੈਸੇ ਤਾਂ ਆ ਵੀ ਸਫੀਸ਼ੀਐਂਟ ਆ, ਲੇਕਿਨ ਜੇ ਤੁਹਾਡੇ ਕੋਲ ਕੋਈ ਬੁੱਕ ਹੈਗੀ ਆ ਉਹ ਵੀ ਪੜ੍ਹ ਲਿਓ, ਪੜ੍ਹਨਾ ਅੱਛੀ ਗੱਲ ਹੁੰਦੀ ਹੈ ਬੁੱਕਸ। ਓਕੇ, ਟੇਕ ਕੇਅਰ।